संतां के कारज आप खलोया, संतां के कारज हर कम करावण आया राम। श्री वाहिगुरु जी का खालसा, श्री वाहिगुरु जी की फतेह। भुलिया आप समझाए सी, जाको नदर करे। बाबा महाहरनाम सिंह जी पास बेअंत साधु अभ्यासी आए। हजूर ने हर मत दे साधु फकीर नूं सिद्धे रस्ते पाया। इस तरह एक समय एक साधु आया जिस दी सरीरक हालत कुछ मस्तानी जही सी। उस नूं हजूर ने अपनी मर्यादा अनुसार सब कुछ पुछया, शरह कराई, उपरंत बचन कीता, तू अपना गुर मंत्र सुना। उसने बेनती कीती, जी मैं मूल मंत्र दा जाप लोम विलोम रीति अनुसार करदा हाँ। हजूर ने बचन कीता, करके सुना। उसने पढ़ के सुनाया। सुन के सारी संगत हैरान हो गई। फिर बाबा जी ने बचन कीता, इस तरह करन नाल तैनू कुछ प्राप्त होया। उसने बेनती कीती, जी मेरे मत्थे दे विचाले त्रिकुटी वाले थां उत्ते तारे जिन्ना प्रकाश कदे कदे हुंदा है, पर जदों यह प्रकाश हुंदा है कई कई दिन सिर नूं चक्कर आउंदे रहिंदे हन। बाबा जी ने बचन कीता, तैनू अज तो बाद चक्कर नहीं आउणगे ते प्रकाश भी हर समय दिसेगा। पर जेड़ी इस तो अगली गल है ओह महापुरख तेरे कोल आके सब कुछ करनगे। उपरंत उसनू खुशी बख्श के तोर दिता। जिस समय भुच्चो वाले दरगाह नूं चले गए, बाबा आनंद सिंह जी कलेरा वाले जिस समय बठिंडे डिग्गी विच कुछ समा ठहरे, उस समय एक दिन बाबा जी सैर करदे करदे नाल भाई रतन सिंह डरोली जा रहा सी। नहर दी पटड़ी तो पासे हो के बाबा जी ने खड़े हो के कहा, डरोली ओ वेख के आ कौन बैठा है। भाई डरोली ने हुक्म अनुसार वेख के आके दसिया, जी कोई साधु है। इउं सुन के बाबा आनंद सिंह जी उथे आप ही पहुँच गए ते उस साधु नाल कई बचन कीते, जिन्हां विच कई रमज वाले बचन सन, जिन्हां नूं सुणन ते उस महात्मा दी तसल्ली हो गई। उपरंत उसने नमस्कार कीती, जिवें बाणी विच दस्या है, कहो कबीर गूंगे गुड़ खाया, पूछे ते क्या कहिए। रस्ते विच मुड़न समय बाबा जी ने बचन कीता, डरोली इसनूं तू पछाणिया नहीं। यह साधु एक समय भुच्चो दर्शन करन वास्ते गया सी। उन्हां ने अज दे समय बारे बचन कीता सी
ਫਿਰ ਭਾਈ ਡਰੋਲੀ ਨੇ ਵੀ ਬੇਨਤੀ ਕਰ ਦਿੱਤੀ, ਜੀ ਮੈਨੂੰ ਯਾਦ ਆ ਗਿਆ, ਠੀਕ ਹੈ। ਇਹ ਪ੍ਰਸੰਗ ਲੇਖਕ ਨੇ ਪਿਤਾ ਜੀ ਪਾਸੋਂ ਸੁਣਿਆ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਬਾਬਾ ਆਨੰਦ ਸਿੰਘ ਜੀ ਸੰਗਤ ਵਿੱਚ ਬਚਨ ਕਰਦੇ ਹੁੰਦੇ ਸਨ ਕਿ ਸੇਵਕ ਜਦੋਂ ਵੀ ਮੌਕਾ ਵੇਖੇ ਸੇਵਾ ਕਰਨ ਦਾ ਵਕਤ ਹੱਥੋਂ ਨਾ ਜਾਣ ਦੇਵੇ। ਮਹਾਂਪੁਰਖ ਮੰਨੇ ਨਾ ਮੰਨੇ, ਸੇਵਾ ਕਰਾਵੇ ਨਾ ਕਰਾਵੇ। ਇਸੇ ਤਰ੍ਹਾਂ ਭੁੱਚੋ ਵਾਲਿਆਂ ਨੂੰ 2-3 ਬੀਬੀਆਂ ਨੇ ਮਿਲ ਕੇ ਬੇਨਤੀ ਕੀਤੀ, ਮਹਾਰਾਜ ਤੁਹਾਡੀ ਰਜਾਈ ਦੇ ਨਗੰਦੇ ਟੁੱਟੇ ਪਏ ਹਨ, ਹੁਕਮ ਦਿਓ ਤਾਂ ਅਸੀਂ ਨਗੰਦੇ ਨਵੇਂ ਪਾ ਦੇਈਏ। ਕਿਉਂਕਿ ਹਜੂਰ ਹਰ ਸਮੇਂ ਰਜਾਈ ਦੀ ਬੁੱਕਲ ਮਾਰ ਕੇ ਰੱਖਦੇ ਸਨ। ਸੁਣ ਕੇ ਬਾਬਾ ਜੀ ਨੇ ਬਚਨ ਕੀਤਾ, ਨਹੀਂ ਦੇਵੀ ਸੁੱਧ ਹੈ, ਅਜੇ ਨਹੀਂ। ਇਸ ਤਰ੍ਹਾਂ ਕਈ ਵਾਰ ਬੇਨਤੀਆਂ ਕੀਤੀਆਂ, ਪਰ ਬਾਬਾ ਜੀ ਨੇ ਸੇਵਾ ਨਹੀਂ ਬਖਸ਼ੀ। ਕਈ ਮਹੀਨੇ ਪਿੱਛੋਂ ਫਿਰ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਬਚਨ ਕੀਤਾ, ਹਾਂ ਸ਼ੁੱਧ ਹੈ, ਅੱਜ ਨਗੰਦੇ ਮਾਰ ਦਿਓ। ਪਰ ਇਹ ਰਜਾਈ ਸਾਡੇ ਆਸਣ ਤੋਂ ਬਾਹਰ ਨਹੀਂ ਕੱਢਣੀ, ਅੰਦਰ ਹੀ ਰੱਖਣੀ ਹੈ। ਸਭ ਨੇ ਸਤ ਬਚਨ ਕਿਹਾ ਤੇ ਬਾਬਾ ਜੀ ਨੇ ਰਜਾਈ ਸੇਵਾ ਕਰਨ ਵਾਸਤੇ ਮਾਈਆਂ ਨੂੰ ਫੜਾ ਦਿੱਤੀ। ਉਸ ਸਮੇਂ ਮਾਈ ਦਾਤਾਰ ਕੌਰ ਦੁਆਬੇ ਵਾਲੀ ਨੇ ਬੇਨਤੀ ਕਰ ਦਿੱਤੀ, ਮਹਾਰਾਜ ਅੰਦਰ ਹਨੇਰਾ ਹੈ, ਨਗੰਦੇ ਚੰਗੀ ਤਰ੍ਹਾਂ ਵੱਜਣੇ ਨਹੀਂ। ਹਜੂਰ ਨੇ ਬਚਨ ਕੀਤਾ, ਨਹੀਂ ਦੇਵੀ ਤੁਹਾਨੂੰ ਨਹੀਂ ਪਤਾ, ਰਾਜਾ ਇੰਦਰ ਇਸ ਰਜਾਈ ਨੂੰ ਦੇਖਣਾ ਚਾਹੁੰਦਾ ਹੈ, ਅਸੀਂ ਵੇਖਣ ਨਹੀਂ ਦਿੰਦੇ। ਜੇ ਉਸਨੇ ਵੇਖ ਲਈ ਤਾਂ ਪਰਲੋ ਆ ਜਾਵੇਗੀ। ਇਸ ਰਜਾਈ ਨੂੰ ਸਾਡੇ ਆਸਣ ਤੋਂ ਬਾਹਰ ਨਹੀਂ ਲਿਜਾਣਾ। ਉਪਰੰਤ ਮਾਈ ਖੇਮ ਕੌਰ ਜੰਡਾਂ ਵਾਲੇ ਵਾਲੀ, ਮਾਈ ਦਾਤਾਰ ਕੌਰ, ਬੀਬੀ ਜੈ ਕੌਰ ਡਰੋਲੀ ਵਾਲੀ ਰਜਾਈ ਨੂੰ ਨਗੰਦਣ ਲੱਗ ਪਈਆਂ ਅਤੇ ਬਾਬਾ ਜੀ ਬੈਠੇ ਬੈਠੇ ਅਚਾਨਕ ਆਰਾਮ ਵਿੱਚ ਹੋ ਗਏ। ਉਸ ਸਮੇਂ ਮਾਈ ਦਾਤਾਰ ਕੌਰ ਨੇ ਇੱਕ ਹਿੱਸਾ ਰਜਾਈ ਦਾ ਟਿੱਲੇ ਵਾਲੇ ਪਾਸੇ ਮਾੜਾ ਜਿਹਾ ਬਾਹਰ ਕਰ ਲਿਆ। ਠੀਕ ਉਸੇ ਸਮੇਂ ਹੀ ਬੜੇ ਜ਼ੋਰ ਦਾ ਬੱਦਲ ਗੱਜਿਆ। ਬਾਬਾ ਜੀ ਝੱਟ ਹੀ ਉੱਠ ਕੇ ਬੈਠ ਗਏ ਤੇ ਬਚਨ ਕੀਤਾ, ਤੁਸੀਂ ਦੇਵੀ ਉਹੀ ਗੱਲ ਕੀਤੀ ਜਿਹੜੀ ਨਹੀਂ ਸੀ ਕਰਨੀ। ਤੁਸੀਂ ਪੱਲਾ ਰਜਾਈ ਦਾ ਬਾਹਰ ਕਿਉਂ ਕੱਢਿਆ? ਛੇਤੀ ਕਰੋ, ਸਾਨੂੰ ਰਜਾਈ ਫੜਾ ਦਿਓ। ਇਸ ਹੁਕਮ ਅਨੁਸਾਰ ਉਸੇ ਸਮੇਂ ਰਜਾਈ ਹਜੂਰ ਨੇ ਮੋੜ ਕੇ ਉੱਤੇ ਲੈ ਲਈ। ਉਸ ਸਮੇਂ ਕਈ ਧਾਗੇ ਟੁੱਟੇ ਹੋਏ ਬਾਹਰ ਹੀ ਸਨ। ਫਿਰ ਕਈ ਸਾਲ ਉਹ ਰਜਾਈ ਆਪਣੇ ਕੋਲੋਂ ਪਾਸੇ ਨਹੀਂ ਕੀਤੀ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਨੀਤਾ, ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਮਿਲਿਆ। ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ।
ਇੱਕ ਵਾਰ ਬਾਬਾ ਆਨੰਦ ਸਿੰਘ ਜੀ ਭੁੱਚੋ ਦਰਸ਼ਨ ਕਰਨ ਆਏ। ਨਾਲ ਉਸ ਸਮੇਂ ਸਿਰਫ 3-4 ਸੇਵਾਦਾਰ ਸਨ। ਇੱਕ ਸਰਦਾਰ ਜੋਗਿੰਦਰ ਸਿੰਘ ਜੈਲਦਾਰ ਗਾਲਬ ਕਲਾ ਤੋਂ, ਕਿਹਰ ਸਿੰਘ ਸੁਖਮਨੀਆਂ ਪੱਤੀ ਕਲੇਰ ਤੋਂ ਅਤੇ ਸਰਦਾਰ ਕਿਸ਼ਨ ਸਿੰਘ ਔਲਖ ਕਲੇਰਾਂ ਤੋਂ। ਇਸ ਪਰਿਵਾਰ ਦੀ ਜ਼ਮੀਨ ਹੁਣ ਨਾਨਕਸਰ ਤੋਂ ਕੋਕਿਆਂ ਦੀ ਤਰਫ ਹੈ। ਚੰਗੇ ਰੰਗ ਭਾਗ ਲੱਗੇ ਹੋਏ ਹਨ। ਇਹਨਾਂ ਤਿੰਨਾਂ ਨੂੰ ਬਾਬਾ ਜੀ ਨੇ ਰਸਤੇ ਵਿੱਚ ਸਮਝਾ ਦਿੱਤਾ ਸੀ ਕਿ ਅੱਜ ਭੁੱਚੋ ਪਹੁੰਚਣ ਸਮੇਂ ਤੁਸੀਂ ਵਿੱਤ ਅਨੁਸਾਰ ਜੋ ਸਰੇ ਮੱਥਾ ਟੇਕ ਦੇਣਾ ਮਨਜ਼ੂਰ ਹੋ ਜਾਏਗਾ। ਫਿਰ ਉਹਨਾਂ ਨੇ ਸੇਵਾ ਮਨਜ਼ੂਰ ਨਹੀਂ ਕਰਨੀ। ਇਹਨਾਂ ਤਿੰਨਾਂ ਨੇ ਸਤ ਵਚਨ ਕੀਤਾ। ਜਿਸ ਸਮੇਂ ਭੁੱਚੋ ਪਹੁੰਚਣ ਸਮੇਂ ਤਿੰਨਾਂ ਨੇ 1-1 ਰੁਪਇਆ ਮੱਥਾ ਟੇਕਿਆ ਅਤੇ ਬਾਬਾ ਜੀ ਬੜੇ ਖੁਸ਼ ਹੋਏ। ਬਚਨ ਕੀਤਾ ਸ਼ੁੱਧ ਹੈ। ਉਪਰੰਤ ਕਿਹਰ ਸਿੰਘ ਸੁਖਮਣੀਏ ਵੱਲ ਇਸ਼ਾਰਾ ਕਰਕੇ ਬਚਨ ਕੀਤਾ, ਲੈ ਸੁਖਮਣੀਆਂ 1 ਰੁਪਇਆ ਤੂੰ ਲੈ ਜਾ, ਘਰ ਰੱਖੀ ਬੜੀ ਬਰਕਤ ਪਵੇਗੀ। ਸੁਖਮਨੀਏ ਨੂੰ ਇਸ ਕਰਕੇ ਬਚਨ ਕੀਤਾ ਕਿ ਇਹ ਨਾਨਕਸਰ ਬਾਬਾ ਜੀ ਪਾਸ ਸੁਖਮਨੀ ਸਾਹਿਬ ਦਾ ਇੱਕ ਪਾਠ ਰੋਜ਼ ਨੇਮ ਨਾਲ ਕਰਦਾ ਹੁੰਦਾ ਸੀ। ਚੱਲਣ ਸਮੇਂ ਬਾਬਾ ਜੀ ਭੁੱਚੋ ਵਾਲਿਆਂ ਹੁਕਮ ਕੀਤਾ, ਮਹਾਂਪੁਰਖਾਂ ਦੀ ਸੇਵਾ ਅਤੇ ਸੰਗਤ ਕਰਨੀ ਨਾ ਛੱਡਿਓ। ਉਪਰੰਤ ਕਿਹਰ ਸਿੰਘ ਸੁਖਮਣੀਏ ਪਾਸੋਂ ਹਜੂਰ ਦਾ ਦਿੱਤਾ ਹੋਇਆ ਰੁਪਇਆ ਕਿਸੇ ਕਰਕੇ ਸੰਭਾਲਿਆ ਨਾ ਗਿਆ। ਕਰ ਮਹਿ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਿਓ ਭੂਮ ਪਰ ਡਾਰਿਓ। ਹਰ ਰਸ ਪੀ ਜਨ ਸਦਾ ਤ੍ਰਿਪਤਾਸੇ, ਵਿੱਚੋਂ ਆਪ ਗਵਾਏ। ਇੱਕ ਵਾਰ ਭੁੱਚੋਂ ਬਾਬਾ ਮਹਾ ਹਰਨਾਮ ਸਿੰਘ ਜੀ ਪਾਸ ਮਾਈ ਦਾਤਾਰ ਕੌਰ ਨੇ ਦੱਸਿਆ ਕਿ ਮਹਾਰਾਜ ਕਲੇਰਾਂ ਵਾਲੇ ਰਿਖੀ ਜੀ ਦੇ ਰੇਬ ਪਜਾਮਾ ਚੂੜੀਆਂ ਵਾਲਾ ਜਿਹੋ ਜਿਹਾ ਬੁੜੀਆਂ ਪਾਉਂਦੀਆਂ ਹਨ ਪਾਇਆ ਹੁੰਦਾ ਹੈ। ਸੁਣ ਕੇ ਹਜੂਰ ਨੇ ਹੱਸ ਕੇ ਬਚਨ ਕੀਤਾ, ਲੈ ਦੇਵੀ ਤੂੰ ਅੱਗੇ ਨਹੀਂ ਦੱਸਿਆ, ਹੁਣ ਜਦੋਂ ਆਏ ਤੂੰ ਸਾਨੂੰ ਦਸੀਂ। ਬਾਬਾ ਜੀ ਪਾਸ ਭੁੱਚੋ ਆਸਣ ਦੇ ਸਿਰਹਾਣੇ ਵਾਲੇ ਪਾਸੇ ਇੱਕ ਤੰਗ ਜਿਹੀ ਥਾਂ ਸੀ, ਜਿਸ ਦੇ ਵਿੱਚ ਇੱਕ ਪਾਸੇ ਹੀ ਲੇਟਿਆ ਜਾ ਸਕਦਾ ਸੀ। ਉਸ ਦਾ ਨਾਮ ਸਕੀਨ ਘਰ ਰੱਖਿਆ ਹੋਇਆ ਸੀ, ਜਿਸ ਨੂੰ ਸਕੀਨ ਘਰ ਦੀ ਜ਼ਿੰਮੇਵਾਰੀ ਦਿੰਦੇ ਸਨ। ਉਸ ਦੀ ਕਹੀ ਹੋਈ ਗੱਲ ਨਹੀਂ ਸੀ ਮੋੜਦੇ। ਇੱਥੋਂ ਤੱਕ ਕਿ ਜਦੋਂ ਕਿਤੇ ਜਲ ਪਾਣੀ ਵਰਤਦੇ ਤਾਂ ਪਹਿਲਾਂ ਸਕੀਨ ਘਰ ਦੇ ਸੇਵਾਦਾਰ ਤੋਂ ਪੁੱਛ ਕੇ ਨਹੀਂ ਤਾਂ ਨਹੀਂ ਵਰਤਦੇ। ਐਸੀ ਅਨੋਖੀ ਲੀਲਾ ਸੀ ਉਹਨਾਂ ਦੀ। ਇਸ ਕਰਕੇ ਬੰਦਾ ਸਮਝ ਨਹੀਂ ਸੀ ਸਕਦਾ। ਸਮੇਂ ਅਨੁਸਾਰ ਜਦੋਂ ਬਾਬਾ ਆਨੰਦ ਸਿੰਘ ਜੀ ਭੁੱਚੋਂ ਆਏ ਤਾਂ ਮਾਈ ਦਾਤਾਰ ਕੌਰ ਨੇ ਹਜੂਰ ਨੂੰ ਫੇਰ ਯਾਦ ਕਰਾਇਆ, ਮਹਾਰਾਜ ਹੁਣ ਵੀ ਰਿਖੀਆਂ ਨੇ ਰੇਬ ਪਜਾਮਾ ਪਾਇਆ ਹੈ, ਵੇਖ ਲਓ। ਤਾਂ ਹਜੂਰ ਨੇ ਬਚਨ ਕੀਤਾ, ਅੱਛਾ ਦੇਵੀ
ਜਦੋਂ ਸਾਡੇ ਕੋਲ ਆਏ ਤਾਂ ਵੇਖਾਂਗੇ। ਉਪਰੰਤ ਜਿਸ ਸਮੇਂ ਬਾਬਾ ਆਨੰਦ ਸਿੰਘ ਜੀ ਨੇਮ ਅਨੁਸਾਰ ਮੱਥਾ ਟੇਕਣ ਗਏ ਤਾਂ ਭੁੱਚੋ ਵਾਲਿਆਂ ਨੇ ਉਸੇ ਸਮੇਂ ਹੀ ਪੁੱਛ ਲਿਆ, ਮਹਾਂਪੁਰਖੋ ਤੁਸੀਂ ਰੇਬ ਪਜਾਮਾ ਪਾਉਂਦੇ ਹੋ, ਸਾਨੂੰ ਤਾਂ ਵਿਖਾਓ। ਅੱਗੇ ਭੁੱਚੋਂ ਵਾਲੇ ਜਦੋਂ ਕਿਤੇ ਆਪ ਸ਼ਾਹੀ ਲਿਬਾਸ ਪਹਿਨਦੇ ਸਨ ਤਾਂ ਰੇਬ ਪਜਾਮਾ ਆਪ ਜੀ ਵੀ ਉਸ ਸਮੇਂ ਪਹਿਨਦੇ ਸਨ। ਸਭ ਕੁਝ ਜਾਣਦੇ ਹੋਏ ਭੋਲੇ ਭਾਅ ਵਿਚਰਦੇ ਸਨ। ਜਿਵੇਂ ਭਾਈ ਗੁਰਦਾਸ ਜੀ ਨੇ ਦੱਸਿਆ ਹੈ, ਗੁਰਸਿੱਖੀ ਗੁਰਸਿੱਖੀ ਸੁਣ, ਅੰਦਰੋਂ ਸਿਆਣਾ ਬਾਹਰੋਂ ਭੋਲਾ। ਉਹਨਾਂ ਦਾ ਵਰਤਮਾਨ ਇਉਂ ਸੀ। ਉਪਰੰਤ ਬਾਬਾ ਆਨੰਦ ਸਿੰਘ ਜੀ ਨੇ ਬੇਨਤੀ ਕੀਤੀ, ਹਾਂ ਗਰੀਬ ਨਵਾਜ਼, ਅਸੀਂ ਰੇਬ ਪਜਾਮਾ ਤਾਂ ਪਾਉਂਦੇ ਹਾਂ, ਸਾਨੂੰ ਰੀਂਹ ਦਾ ਦਰਦ ਹੈ, ਇਸ ਨਾਲ ਕੁਝ ਆਰਾਮ ਰਹਿੰਦਾ ਹੈ। ਅੱਗੋਂ ਭੁੱਚੋ ਵਾਲਿਆਂ ਨੇ ਬਚਨ ਕੀਤਾ, ਰਿਖੀ ਜੀ ਤੁਸੀਂ ਸਾਡੇ ਆਸਣ ਉੱਤੇ ਚਰਨ ਰੱਖ ਕੇ ਸਾਨੂੰ ਰੇਬ ਪਜਾਮਾ ਦਿਖਾਓ। ਫਿਰ ਕਲੇਰਾਂ ਵਾਲਿਆਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਦਇਆ ਕਰੋ, ਤੁਹਾਡੇ ਆਸਣ ਉੱਤੇ ਪੈਰ ਰੱਖਣ ਵਾਲਾ ਮੈਂ ਕੌਣ ਹਾਂ। ਫਿਰ ਭੁੱਚੋ ਵਾਲਿਆਂ ਨੇ ਹੱਸ ਕੇ ਬਚਨ ਕੀਤਾ, ਮਹਾਂਪੁਰਖੋ ਤੁਸੀਂ ਜ਼ਰੂਰ ਸਾਡੇ ਕੋਲ ਮੰਜੇ ਉੱਤੇ ਪੈਰ ਰੱਖੋ, ਅਸੀਂ ਰੇਬ ਪਜਾਮਾ ਵੇਖਣਾ ਹੈ। ਕਈ ਵਾਰ ਬਚਨ ਕਰਨ ਉਪਰੰਤ ਬਾਬਾ ਆਨੰਦ ਸਿੰਘ ਜੀ ਨੇ ਹੌਲੀ ਹੌਲੀ ਆਪਣੀ ਇੱਕ ਲੱਤ ਚੁੱਕ ਕੇ ਭੁੱਚੋ ਵਾਲਿਆਂ ਦੇ ਆਸਣ ਉੱਤੇ ਮੰਜੇ ਦੇ ਸਿਰੂ ਉੱਤੇ ਰੱਖ ਕੇ ਕਿਹਾ, ਲਓ ਗਰੀਬ ਨਵਾਜ਼ ਦੇਖ ਲਓ। ਫਿਰ ਭੁੱਚੋ ਵਾਲਿਆਂ ਨੇ ਬਾਬਾ ਜੀ ਦੇ ਰੇਬ ਪਜਾਮੇ ਨੂੰ ਚਰਨਾਂ ਦੀ ਅੱਡੀ ਕੋਲੋਂ ਲੜ ਫੜ ਕੇ ਹੇਠਾਂ ਤੋਂ ਉਸ ਦੀਆਂ ਇਕੱਲੀਆਂ ਇਕੱਲੀਆਂ ਚੂੜੀਆਂ ਗਿਣੀਆਂ। ਫਿਰ ਉੱਪਰੋਂ ਹੇਠਾਂ ਨੂੰ ਗਿਣਦੇ ਗਏ। ਕਈ ਵਾਰ ਗਿਣਤੀ ਕਰਨ ਉਪਰੰਤ ਬਚਨ ਕੀਤਾ, ਸ਼ੁੱਧ ਹੈ ਮਹਾਂਪੁਰਖੋ ਸ਼ੁੱਧ ਹੈ। ਅਖੀਰ ਤੇ ਬਚਨ ਕੀਤਾ, ਨੰਦੋ ਕੁੜੀ ਨੇ ਸੁੱਥਣ ਸੁਆਈ, ਪਹੁੰਚੇ ਰੱਖ ਲਏ ਭੀੜੇ। ਮਤਲਬ ਅਜਰ ਵਸਤੂ ਨੂੰ ਜਰ ਲੈਣਾ। ਲੇਖਕ ਵੱਲੋਂ ਬੇਨਤੀ ਹੈ ਕਿ ਸਤਿਗੁਰ ਬਖਸ਼ ਲਵੇ। ਇਹ ਬਚਨ ਹੋਇਆ ਕਰਕੇ ਲਿਖਿਆ, ਲਿਖੇ ਬਿਨਾ ਹੋਰ ਚਾਰਾ ਨਹੀਂ ਸੀ। ਬਾਬਾ ਜੀ ਬਖਸ਼ਿੰਦ ਹਨ। ਸਾਧ ਸੰਗਤ ਜੀ ਦਾਸ ਲੇਖਕ ਦੇ ਅਖੀਰਲੇ ਪ੍ਰਸੰਗ ਹਨ। ਖਿਮਾ ਕਰਨਾ। ਦਾਸ ਸਤਨਾਮ ਸਿੰਘ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਸੁਣਿਆ। ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਗੁਰ ਬਚਨੀ ਹਰ ਨਾਮ ਉਚਰੇ। ਇੱਕ ਵਾਰ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਹੁਕਮ ਕੀਤਾ, ਡਰੋਲੀ ਵਾਲਾ ਰਤਨ ਸਿੰਘ ਅਤੇ ਨੀਲਾ ਸਿੰਘ ਨੂੰ ਹਾਜ਼ਰ ਕਰੋ।
ਹੁਕਮ ਉਪਰੰਤ ਦੋਵੇਂ ਹਾਜ਼ਰ ਹੋਏ ਤਾਂ ਇਹਨਾਂ ਨੂੰ ਹੁਕਮ ਕੀਤਾ, ਤੁਸੀਂ ਦੋਵੇਂ ਬਠਿੰਡੇ ਪਹੁੰਚੋ। ਉੱਥੇ ਇੱਕ ਰੇਲ ਤੋਂ ਉਤਰ ਕੇ ਇੱਕ ਪੀਰ ਤੇ ਇੱਕ ਉਸ ਦਾ ਚੇਲਾ ਨਾਲ ਹੈ, ਉਹਨਾਂ ਨੂੰ ਲੈ ਆਓ। ਹੁਕਮ ਅਨੁਸਾਰ ਭਾਈ ਨੀਲਾ ਸਿੰਘ ਤੇ ਰਤਨ ਸਿੰਘ ਡਰੋਲੀ ਦੋਹਾਂ ਨੂੰ ਲੈ ਕੇ ਭੁੱਚੋ ਪਹੁੰਚੇ। ਇਹਨਾਂ ਨੇ ਚਰਨਾਂ ਵਿੱਚ ਹਾਜ਼ਰ ਹੋ ਕੇ ਸਿਰ ਝੁਕਾਇਆ। ਉਪਰੰਤ ਹਜੂਰ ਨੇ ਇਸ ਪੀਰ ਨੂੰ ਨਾਗਪੁਰ ਵਾਲਾ ਕਹਿ ਕੇ ਬੁਲਾਇਆ ਤੇ ਸੁਖ ਆਨੰਦ ਪੁੱਛੀ। ਇਸ ਪੀਰ ਦੀ ਉਮਰ ਉਸ ਸਮੇਂ ਬਹੁਤ ਵੱਡੀ ਸੀ। ਇਸ ਦੇ ਪਹਿਲੋਂ ਬਾਬਾ ਜੀ ਨਾਲ ਮਿਲਣ ਦਾ ਪ੍ਰਸੰਗ ਪਹਿਲੇ ਹਿੱਸੇ ਵਿੱਚ ਆ ਚੁੱਕਾ ਹੈ। ਇਸ ਸਮੇਂ ਇਸ ਨਾਲ ਬਚਨ ਕਰਦਿਆਂ ਹੋਇਆਂ ਬਾਬਾ ਜੀ ਨੇ ਕਿਹਾ, ਤੂੰ ਆਪਣੀ ਬਿਰਤੀ ਉੱਪਰ ਨੂੰ ਚੁੱਕ, ਅਸਲੀ ਥਾਂ ਤਾਂ ਉੱਤੇ ਹੈ। ਜਿੱਥੇ ਤੂੰ ਖੜਾ ਹੈ ਇੱਥੇ ਕੁਝ ਨਹੀਂ। ਉਪਰੰਤ ਇਸ ਉੱਤੇ ਮਿਹਰ ਦੀ ਨਿਗਾਹ ਹੋਈ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਉਪਰੰਤ ਕੁਝ ਦਿਨ ਭੁੱਚੋ ਰਹਿਣ ਤੇ ਇਸ ਨੂੰ ਵਿਦਾ ਕੀਤਾ। ਹੁਕਮ ਅਨੁਸਾਰ ਭਾਈ ਰਤਨ ਸਿੰਘ ਡਰੋਲੀ ਅਤੇ ਨੀਲਾ ਸਿੰਘ ਇਸ ਨੂੰ ਬਠਿੰਡੇ ਤੱਕ ਛੱਡ ਆਏ। ਕਾਹੇ ਭਰਮਤ ਹੋ ਤੁਮ ਭਰਮ ਹੋ ਨਾ ਭਾਈ, ਰਵਿਆ ਰੇ ਰਵਿਆ ਸਰਬ ਥਾਨ। ਇੱਕ ਵਾਰ ਭਾਈ ਰਤਨ ਸਿੰਘ ਡਰੋਲੀ ਨੇ ਹਜੂਰ ਤੋਂ ਘਰ ਆਉਣ ਦੀ ਆਗਿਆ ਮੰਗੀ। ਹਜੂਰ ਨੇ ਬਚਨ ਕੀਤਾ, ਸ਼ੁੱਧ ਹੈ, ਸਵੇਰੇ ਚਲੇ ਜਾਣਾ। ਰਾਤ ਬੀਤਣ ਉਪਰੰਤ ਹੁਕਮ ਕੀਤਾ, ਡਰੋਲੀ ਵਾਲੇ ਰਤਨ ਸਿੰਘ ਨੂੰ ਹਾਜ਼ਰ ਕਰੋ। ਤੇ ਫਿਰ ਮੁਨਸ਼ੀ ਹਰਦੇਤ ਸਿੰਘ ਨੂੰ ਹੁਕਮ ਹੋਇਆ, ਆਉਣ ਜਾਣ ਦਾ ਕਿਰਾਇਆ ਹਿਸਾਬ ਕਰਕੇ ਦੱਸੋ। ਮੁਨਸ਼ੀ ਹਰਦੇਤ ਸਿੰਘ ਨੇ ਹੁਕਮ ਅਨੁਸਾਰ ਹਿਸਾਬ ਕਰਕੇ ਸੁਣਾਇਆ। ਸੁਣ ਉਪਰੰਤ ਹਜੂਰ ਨੇ ਬਚਨ ਕੀਤਾ, ਇਹ ਥੋੜਾ ਹੈ, ਹੋਰ ਦਿਓ। ਇਸ ਨੇ ਲੁਧਿਆਣੇ ਵਿੱਚੋਂ ਹੋ ਕੇ ਜਾਣਾ ਹੈ। ਤੇ ਫਿਰ ਬਚਨ ਕੀਤਾ, ਤੂੰ ਵਾਣ ਵਟਣੇ ਸੰਤ ਕੋਲੋਂ ਹੋ ਕੇ ਜਾਣਾ ਹੈ। ਅੱਗੋਂ ਭਾਈ ਡਰੋਲੀ ਨੇ ਕਿਹਾ, ਜੀ ਹਾਂ, ਮਨ ਤਾਂ ਇਵੇਂ ਹੀ ਹੈ। ਹਜੂਰ ਨੇ ਬਚਨ ਕੀਤਾ, ਵਾਣ ਵਟਣਾ ਸੰਤ ਤੈਨੂੰ ਵੀ ਕਰਮਾਂ ਅੱਗੇ ਹੋ ਕੇ ਮਿਲੇਗਾ। ਉਪਰੰਤ ਹਜੂਰ ਨੇ ਖੁਸ਼ੀ ਬਖਸ਼ੀ, ਬਚਨ ਕੀਤਾ, ਆਉਂਦਾ ਜਾਂਦਾ ਨਿਤਨੇਮ ਕਰਦਾ ਰਹੀਂ ਤੇ ਘਰ ਇੱਕ ਰਾਤ ਹੀ ਕੱਟਣੀ। ਆਗਿਆ ਮਿਲਣ ਉਪਰੰਤ ਭਾਈ ਡਰੋਲੀ ਭੁੱਚੋ ਤੋਂ ਗੱਡੀ ਚੜ੍ਹ ਕੇ ਲੁਧਿਆਣੇ ਉਤਰੇ। ਅੱਗੇ ਨੇੜੇ ਹੀ ਰੇਲ ਦੇ ਪੁਲ ਹੇਠ ਉਸ ਵਾਣ ਵਟਣਾ ਸੰਤ ਦਾ ਟਿਕਾਣਾ ਸੀ। ਡਰੋਲੀ ਜੀ ਦੇ ਪੁੱਛਣ ਤੋਂ ਪਹਿਲਾਂ ਵਾਣ ਵਟਣਾ ਸੰਤ ਕਿਸੇ ਸੱਟਾ ਪੁੱਛਣ ਵਾਲੇ ਮਗਰ ਸੋਟਾ ਲੈ ਕੇ ਦੌੜਿਆ ਸੀ, ਕਿਉਂਕਿ ਸੱਟਾ ਪੁੱਛਣ ਵਾਲੇ ਬਹੁਤ ਤੰਗ ਕਰਦੇ ਸਨ। ਡਰੋਲੀ ਜੀ ਦੇ ਉੱਥੇ ਪਹੁੰਚਣ ਸਮੇਂ ਸੰਤ ਵਾਣ ਵਟਣਾ ਜੀ ਉੱਥੇ ਹੀ ਖੜੇ ਹੋ ਗਏ ਅਤੇ ਬਚਨ ਕੀਤਾ, ਸਿੱਖਾ ਪਹਿਲਾਂ ਕਰਮਾਂ ਪੂਰੀਆਂ ਕਰ ਲੈ,
ਅਗਲੀ ਗੱਲ ਫੇਰ ਕਰਾਂਗੇ। ਉਪਰੰਤ ਭਾਈ ਰਤਨ ਸਿੰਘ ਡਰੋਲੀ ਨੇ ਕਰਮਾਂ ਮਿਣੀਆਂ। ਸੰਤ ਜੀ ਵੀ ਨਾਲ ਹੀ ਗਿਣਤੀ ਕਰਦੇ ਰਹੇ। 20 ਕਰਮਾਂ ਹੋਣ ਤੇ ਫਿਰ ਬਚਨ ਕੀਤਾ, ਕਿਉਂ ਸਿੱਖਾ, ਠੀਕ ਹੈ, ਤੇਰੀ ਹੋ ਗਈ ਤਸੱਲੀ। ਦਾਤਿਆਂ ਦੇ ਦਾਤੇ ਕੋਲੋਂ ਆ ਕੇ ਮੰਗਦਿਆਂ ਕੋਲ ਕੀ ਲੈਣ ਆਇਆ ਹੈ। ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਸਤਿਗੁਰ ਸਾਹਿਬ ਛੱਡ ਕੇ ਮੰਗਤਿਆਂ ਨੂੰ ਮੰਗਣ ਜਾਹੀ। ਇਸ ਤੋਂ ਬਾਅਦ ਭਾਈ ਰਤਨ ਸਿੰਘ ਡਰੋਲੀ ਜੋ ਪ੍ਰਸ਼ਾਦ ਲੈ ਗਿਆ ਸੀ, ਉਸ ਪ੍ਰਸਾਦ ਵਿੱਚੋਂ ਸੰਤ ਜੀ ਨੇ ਕੁਝ ਲੈ ਕੇ ਆਪ ਛਕਿਆ ਅਤੇ ਹੋਰ ਪਰਮਾਰਥ ਦੇ ਕਈ ਬਚਨ ਕੀਤੇ। ਠੀਕ ਇਸ ਸਮੇਂ ਇੱਕ ਕੋਈ ਪ੍ਰੇਮੀ ਸੰਤ ਜੀ ਵਾਣ ਵਟਣੇ ਕੋਲ ਆਇਆ। ਉਸ ਵੱਲ ਵੇਖ ਕੇ ਸੰਤ ਜੀ ਨੇ ਕਿਹਾ, ਅਜੇ ਮੈਂ ਸਤਿਗੁਰਾਂ ਦੇ ਸੇਵਕ ਨਾਲ ਗੱਲਬਾਤ ਕਰ ਰਿਹਾ ਹਾਂ, ਤੂੰ ਫੇਰ ਕਿਤੇ ਆਈ। ਉਪਰੰਤ ਉਸ ਪ੍ਰੇਮੀ ਨੂੰ ਤੋਰ ਦਿੱਤਾ। ਕੁਝ ਸਮੇਂ ਬਾਅਦ ਭਾਈ ਰਤਨ ਸਿੰਘ ਡਰੋਲੀ ਨੂੰ ਤੋਰ ਦਿੱਤਾ। ਨਾਲ ਬਚਨ ਕੀਤਾ ਕਿ ਉਹ ਦਾਰ ਛੱਡ ਕੇ ਕਿਤੇ ਭਟਕਣ ਦੀ ਲੋੜ ਨਹੀਂ ਅਤੇ ਭਾਈ ਰਤਨ ਸਿੰਘ ਡਰੋਲੀ ਆਪਣੇ ਨਗਰ ਡਰੋਲੀ ਹੁਕਮ ਅਨੁਸਾਰ ਇੱਕ ਰਾਤ ਰਹਿਣ ਬਾਅਦ ਪੁੱਛੋ ਸੇਵਾ ਵਿੱਚ ਹਾਜ਼ਰ ਹੋ ਗਏ ਅਤੇ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਹੱਸ ਕੇ ਬਚਨ ਕੀਤਾ, ਕਿਉਂ ਫਿਰ ਵਾਣ ਵਟਣਾ ਸੰਤ ਕੀ ਬੋਲਿਆ। ਹੁਕਮ ਅਨੁਸਾਰ ਜੋ ਕੁਝ ਸੰਤ ਜੀ ਵਾਣ ਵਟਣੇ ਨੇ ਕਿਹਾ ਸੀ, ਅੱਖਰ ਅੱਖਰ ਉਸੇ ਤਰ੍ਹਾਂ ਬੋਲ ਕੇ ਦੱਸਿਆ। ਹਜੂਰ ਨੇ ਬਚਨ ਕੀਤਾ, ਤੇਰਾ ਸਾਰਾ ਕੰਮ ਹੋ ਗਿਆ, ਸੁੱਧ ਹੈ। ਉਪਰੰਤ ਸੰਤ ਵਾਣ ਵਟ ਜੀ ਨੇ ਜੋ ਬਚਨ ਪਰਮਾਰਥ ਦੇ ਭਾਈ ਡਰੋਲੀ ਨਾਲ ਕੀਤੇ, ਹਜੂਰ ਨੇ ਉਹ ਵੀ ਦੱਸੇ। ਇਹ ਮਹਾਤਮਾ ਸੂਫੀ ਮਤ ਦਾ ਮੁਸਲਮਾਨ ਜਾਮੇ ਵਿੱਚ ਸੀ। ਪਹਿਲਾਂ ਕਿਸੇ ਸਮੇਂ ਲਾਹੌਰ ਵਿੱਚ ਵੀ ਰਹੇ ਹਨ। ਕਿਸੇ ਸਮੇਂ ਸਰਕਾਰੀ ਨੌਕਰੀ ਵੀ ਕੀਤੀ ਹੈ ਅਤੇ ਗ੍ਰਸਤੀ ਸਨ। ਲੁਧਿਆਣੇ ਵਿੱਚ ਬਹੁਤ ਸਾਲ ਟਿਕੇ ਰਹੇ ਅਤੇ ਰਾਮਗੜੀਆ ਗੁਰਦੁਆਰੇ ਦੇ ਕੋਲ ਇਹਨਾਂ ਦਾ ਅੰਤਮ ਅਸਥਾਨ ਹੈ। ਇਹਨਾਂ ਨੂੰ ਫੂਸ ਵਾਲਾ ਬਾਬਾ ਜੀ ਆਖ ਕੇ ਲੋਕ ਯਾਦ ਕਰਦੇ ਹਨ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।